ਵੈਲਕਮ ਬੱਚਿਓ। ਅੱਜ ਲੀਨੀਅਰ ਪ੍ਰੋਗਰਾਮਿੰਗ ਦਾ ਲਾਸਟ ਵੀਡੀਓ ਕਰਨ ਜਾ ਰਹੇ ਹਾਂ ਅਸੀਂ। 4 ਸਮਸ ਰਹਿੰਦੇ ਨੇ। 4 ਸਮਸ ਇਸ ਵੀਡੀਓ 'ਚ ਕੰਪਲੀਟ ਹੋ ਜਾਣਗੇ ਅਤੇ ਤੁਹਾਡਾ ਚੈਪਟਰ ਹੈ ਜਿਹੜਾ ਇਹ ਕੰਪਲੀਟ ਹੋ ਜਾਏਗਾ। ਅਸੀਂ ਕਰਨੇ ਆ ਕੁਐਸਚਨ ਨੰਬਰ 7, ਮਿਨੀਮਾਈਜ਼ ਐਂਡ ਮੈਕਸੀਮਾਈਜ਼। z equal to 5x plus 10y। ਤਾਂ ਮਿਨੀਮਮ ਐਂਡ ਮੈਕਸੀਮਮ ਵੈਲਿਊਜ਼ ਦੋਨੋਂ ਫਾਈਂਡ ਆਊਟ ਕਰਨੀਆਂ। ਕੰਸਟ੍ਰੇਂਟਸ ਦਿੱਤੇ ਹੋਏ ਨੇ ਸਾਨੂੰ। ਇਸ ਸਮ ਦੇ ਵਿੱਚ ਇੱਕ ਥੋੜ੍ਹੀ ਚੇਂਜ ਆਉਣੀ ਆ। ਜਿਹੜਾ ਥਰਡ ਕੰਸਟ੍ਰੇਂਟ ਹੈ x - 2y ਗ੍ਰੇਟਰ ਦੈਨ ਔਰ ਇਕੁਅਲ ਟੂ 0 ਲਿਖਿਆ ਹੋਇਆ। ਪਿਛਲੇ ਜਿੰਨੇ ਵੀ ਸਮਸ ਆਏ ਨੇ ਉਹਨਾਂ ਦੇ ਵਿੱਚ ਕੰਸਟ੍ਰੇਂਟਸ ਦੇ ਵਿੱਚ ਇੱਥੇ ਕੋਈ ਨਾ ਕੋਈ ਨੋਨ ਜ਼ੀਰੋ ਨੰਬਰ ਸੀ। ਲਾਈਕ ਇੱਥੇ 120 ਹੈ, ਇੱਥੇ 60 ਹੈ, ਕਿਸੇ 'ਚ 2 ਸੀ, 3 ਸੀ। ਬਟ ਇਹਦੇ ਵਿੱਚ ਫਸਟ ਟਾਈਮ ਇੱਦਾਂ ਦਾ ਇੱਕ ਕੰਸਟ੍ਰੇਂਟ ਆਇਆ ਜਿਹਦੇ ਵਿੱਚ ਗ੍ਰੇਟਰ ਦੈਨ ਔਰ ਇਕੁਅਲ ਟੂ 0 ਲਿਖਿਆ ਹੋਇਆ। ਤਾਂ ਇਹਦੇ ਵਿੱਚ ਜਦੋਂ ਅਸੀਂ ਇਹ ਸਟੈਪ ਕਰਦੇ ਹਾਂ, ਪੁੱਟ x equal to 0, ਪੁੱਟ y equal to 0, ਪੁੱਟ x equal to 0 ਐਂਡ y equal to 0, ਇਹਦੇ 'ਚ ਥੋੜ੍ਹੀ ਜਿਹੀ ਚੇਂਜ ਹੈ। ਫਸਟ 2 ਕੰਸਟ੍ਰੇਂਟਸ ਦੇ ਲਈ ਪ੍ਰੋਸੀਜਰ ਸੇਮ ਹੈ। ਸਟੈਪ 1 ਸੇਮ, ਸਟੈਪ 2 'ਚ ਇਕੁਏਸ਼ਨ 1 ਇਕੁਏਸ਼ਨ 2 ਉਹਨਾਂ ਲਈ ਸੇਮ ਹੈ। ਉਸ ਤੋਂ ਬਾਅਦ ਜਦੋਂ ਅਸੀਂ ਇਕੁਏਸ਼ਨ 3 ਪਿਕ ਕਰਦੇ ਹਾਂ, x - 2y is equal to 0। ਇਹਦੇ 'ਚ ਦੇਖੋ ਤੁਸੀਂ ਕੀ ਕਰਨਾ, ਪੁੱਟ x equal to 0, this implies y is equal to 0। ਬੱਚਿਓ ਹੁਣ ਜੇ ਤੁਸੀਂ y ਨੂੰ ਵੀ 0 ਪੁੱਟ ਕਰ ਦੋਗੇ ਪਿਛਲੇ ਸਮਸ ਦੀ ਤਰ੍ਹਾਂ, ਜੇ ਤੁਸੀਂ y ਨੂੰ 0 ਪੁੱਟ ਕਰ ਦੋਗੇ ਤਾਂ x ਵੀ 0 ਆ ਜਾਣਾ। ਤਾਂ ਉਹਦੇ ਨਾਲ ਪੁਆਇੰਟ ਉਹ ਸੇਮ ਹੀ ਹੋ ਜਾਣਾ। ਉੱਪਰ ਵੀ 0 0 ਆਇਆ ਅਤੇ ਇਹ ਵਾਲਾ ਪੁਆਇੰਟ ਵੀ 0 0 ਹੋ ਜਾਣਾ। ਉਹਦਾ ਕੋਈ ਫਾਇਦਾ ਨਹੀਂ ਹੈ। ਇਸ ਕਰਕੇ ਅਸੀਂ ਇਹਦੇ 'ਚ ਕੀ ਕਰਨਾ, x ਦੀ ਵੈਲਿਊ ਇੱਕ ਵਾਰ 0 ਲੈ ਲਈ। ਨੈਕਸਟ ਟਾਈਮ ਅਸੀਂ x ਦੀ ਕੋਈ ਹੋਰ ਵੈਲਿਊ ਲੈ ਲੈਣੀ ਹੈ। ਉਹ ਵੈਲਿਊ ਅਸੀਂ ਕੀ ਲੈਣੀ ਹੈ ਡਿਪੈਂਡ ਕਰਦਾ ਕਿ ਜਿਹੜੀਆਂ ਬਾਕੀ ਦੀਆਂ ਇਕੁਏਸ਼ਨਸ ਨੇ ਉਹਦੇ 'ਚ ਵੈਲਿਊਜ਼ ਕਿੱਦਾਂ ਦੀਆਂ ਨੇ। ਲਾਈਕ ਜੇ ਤੁਹਾਡੇ ਕੋਲ ਇੱਥੇ ਕੁਛ 2 4 ਇੱਦਾਂ ਦਾ ਕੋਈ ਨੰਬਰ ਹੁੰਦਾ ਤਾਂ ਅਸੀਂ ਇੱਥੇ 1 2 ਤਾਂ ਨੇੜੇ ਦਾ ਹੀ ਕੋਈ ਨੰਬਰ ਲੈਣਾ ਸੀ। ਬਟ ਕਿਉਂਕਿ ਸਾਡੇ ਕੋਲ ਇੱਥੇ ਬਾਕੀ ਕੰਸਟ੍ਰੇਂਟਸ ਦੇ ਵਿੱਚ ਨੰਬਰਸ ਹੈਗੇ ਨੇ 60 120, ਤਾਂ ਹੁਣ ਜਦੋਂ ਅਸੀਂ x ਦੀ ਵੈਲਿਊ ਲੈਣੀ ਹੈ ਇਹ ਕੁਛ ਇਹਨਾਂ ਦੇ ਨੇੜੇ ਲੈਣੀ ਹੈ। 60 120 ਦੇ ਨੇੜੇ ਅਸੀਂ 60 ਲੈ ਲਈ। ਕਲੀਅਰ? this implies that 60 - 2y is 0। this implies y is equal to 30। so we get the point D 60 30। ਜਿਹੜਾ ਇਹ ਉੱਪਰ ਪੁਆਇੰਟ ਆਇਆ ਸੀ 0 0, ਉਸ ਨੂੰ ਅਸੀਂ ਨੇਮ ਹੈ ਜਿਹੜਾ ਉਹ ਦਿੱਤਾ O, ਰਾਈਟ? ਕਿਉਂਕਿ 0 0 ਇਜ਼ ਓਰੀਜਨ ਨੂੰ ਅਸੀਂ ਹਮੇਸ਼ਾ O ਨਾਲ ਲਿਖਦੇ ਹਾਂ। ਇਸ ਕਰਕੇ ਅਸੀਂ ਜਿਵੇਂ ਪਿਛਲੇ ਸਮ ਦੇ ਵਿੱਚ ਸਾਡੇ ਕੋਲ ਆਇਆ ਸੀ ਫਸਟ ਇਕੁਏਸ਼ਨ ਤੋਂ ਪੁਆਇੰਟ ਆਇਆ 0 60, A ਪੁਆਇੰਟ, B ਪੁਆਇੰਟ ਇਜ਼ 120 0। ਫਿਰ ਉਸ ਤੋਂ ਬਾਅਦ ਨੈਕਸਟ ਇਕੁਏਸ਼ਨ ਤੋਂ ਜਿਹੜਾ ਪੁਆਇੰਟ ਸਾਡੇ ਕੋਲ ਪਹਿਲਾਂ ਆਇਆ ਇਟ ਕਮਸ ਆਊਟ ਟੂ ਬੀ 0 60 ਅਗੇਨ, ਸੇਮ ਹੋ ਗਿਆ। ਤਾਂ ਹੁਣ ਅਸੀਂ ਇਹਨੂੰ C ਨੇਮ ਨਹੀਂ ਦੇਣਾ। A ਪੁਆਇੰਟ ਤਾਂ ਉਹੀ ਹੈ, ਸੇਮ ਹੈ 0 60, ਤਾਂ ਅਸੀਂ ਇਸ ਨੂੰ ਵੀ A ਲਿਖ ਦਿੱਤਾ। A ਹੋ ਗਿਆ ਸੀ, B ਹੋ ਗਿਆ ਸੀ, ਅਤੇ ਇਹ ਵਾਲਾ ਪੁਆਇੰਟ ਹੈ ਜਿਹੜਾ ਹੁਣ ਅਸੀਂ ਇਹਨੂੰ C ਨਾਮ ਦੇ ਦਿੱਤਾ। this is 0 0 origin, so O। तो उस तो नेक्स्ट D डन। स्टैप 2 कंप्लीट हो गया। स्टैप 3 ਦੇ ਵਿੱਚ सेम प्रोसीजर है। ਇਹ ਸਾਡਾ फिजिबल रीजन आ गया। पॉइंट ऑफ इंटरसैक्शन ਇਹਦੇ ਵਿੱਚ 2 ਆਉਂਦੇ ਨੇ E एंड D। ठीक है, ਅਸੀਂ ਦੋਨੋਂ पॉइंट ऑफ इंटरसैक्शन ਕੱਢ ਲੈਣੇ ਨੇ। स्टैप 4 लिख लिया, ਉਹਦੇ 'ਚ ਅਸੀਂ Z ਦੀ ਵੈਲਿਊ ਲਿਖ ਲਈ। एंड यू नोटिस दैट वैल्यू ऑफ Z, मैक्सिमम वैल्यू ऑफ Z is 600 and it occurs at 2 points। okay, so lastly
ਅਸੀਂ ਜਦੋਂ ਆਨਸਰ ਲਿਖਣਾ ਅਸੀਂ ਦੋਨੋਂ ਚੀਜ਼ਾਂ ਲਿਖਣੀਆਂ, ਮਿਨੀਮਮ ਵੀ ਲਿਖਣਾ ਤੇ ਮੈਕਸਿਮਮ ਵੀ ਲਿਖਣਾ। ਮਿਨੀਮਮ z is equal to 300 at the point 60, right? And maximum value is 600. Maximum z is equal to 600. It's not on a single point. There are 2 points, B and D. B and D. 2 points ਦੇ ਉੱਪਰ z ਦੀ ਵੈਲਿਊ 600 ਆਉਂਦੀ ਹੈ। ਤਾਂ ਹੁਣ ਅਸੀਂ ਇਹਨੂੰ ਆਨਸਰ 'ਚ ਇਸਦਾ ਲਿਖਣਾ ਕਿ maximum z is equal to 600 at all the points joining B and D. At all the points joining B and D. ਇਹ ਸਾਰੇ points ਨੇ ਜਿਹੜੇ ਲਾਈਨ ਦੇ ਉੱਪਰ B ਤੇ D ਦੇ ਵਿੱਚ, ਉਹਨਾਂ ਤੇ ਸਾਰਿਆਂ ਤੇ z ਦੀ ਵੈਲਿਊ 600 ਹੈ। That's all. Now next sum. Question number 8. Maximize and minimize z equal to x plus 2y subject to x plus 2y greater than or equal to 100, 2x minus y less than or equal to 0, 2x plus y less than or equal to 200, xy greater than or equal to 0. These are called non-negative constraints. ठीक है, ਇਹਦਾ ਕੋਈ यूज़ नहीं है। आंसर ਤਾਂ ਇਹਦਾ ਉਹੀ ਬਣਦਾ ਬਾਅਦ ਦੇ ਵਿੱਚ कि they represent y axis and x axis। अदरवाइज मतलब ਇਹਨਾਂ ਦਾ ਇੱਕ ਨਾਮ ਰੱਖਿਆ ਹੋਇਆ, ਇਹਨਾਂ ਨੂੰ ਨੋਨ ਨੈਗੇਟਿਵ ਕੰਸਟ੍ਰੇਂਟਸ ਕਹਿੰਦੇ ਨੇ। ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜਾ ਸੈਕਿੰਡ ਕੰਸਟ੍ਰੇਂਟ ਹੈ ਇਹਦੇ 'ਚ ਵੀ 0 ਹੈ, ਇੱਥੇ ਲੈਸ ਦੈਨ 0 ਹੈ। ਠੀਕ ਹੈ, ਬਾਕੀ ਦੋਨੋਂ ਕੰਸਟ੍ਰੇਂਟ ਦੇ ਵਿੱਚ ਨੋਨ ਨੈਗੇਟਿਵ ਨੰਬਰ ਨੇ, ਇੱਥੇ 100 ਹੈ, 200 ਹੈ। ਤਾਂ ਇਹਦੇ ਵਿੱਚ ਕੀ ਹੋਏਗਾ, ਸਾਡੇ ਕੋਲ ਜਿਹੜਾ ਸੈਕਿੰਡ ਇਕੁਏਸ਼ਨ ਹੈ ਉਹਦੇ ਲਈ 2x minus y equal to 0, put x equal to 0, y ਦੀ ਵੈਲਿਊ ਆ ਗਈ, and put x equal to 100। 100 ਕਿਉਂ ਲਿਆ? ਕਿਉਂਕਿ ਜਿਹੜੇ ਬਾਕੀ ਦੇ ਕੰਸਟ੍ਰੇਂਟਸ ਨੇ ਉਹਦੇ 'ਚ ਇੱਕ 'ਚ 100 ਲਿਖਿਆ ਹੋਇਆ, ਇੱਕ 'ਚ 200 ਲਿਖਿਆ ਹੋਇਆ, ਤਾਂ ਅਸੀਂ ਇਹਨਾਂ ਦੇ ਨੀਅਰ ਅਬਾਊਟ ਵੈਲਿਊ ਲੈਣੀ ਹੈ। ਅਸੀਂ 1 2 3 ਇੱਦਾਂ ਦਾ ਕੋਈ ਨੰਬਰ ਨਹੀਂ ਲੈਣਾ। ਠੀਕ ਹੈ, 100 ਲੈ ਲਿਆ x ਨੂੰ, ਤਾਂ ਉੱਥੋਂ ਸਾਡੇ ਕੋਲ y ਆ ਗਿਆ 200, ਤਾਂ ਇੱਦਾਂ ਇੱਕ ਪੁਆਇੰਟ ਸਾਨੂੰ ਮਿਲ ਗਿਆ। ਉਸ ਤੋਂ ਬਾਅਦ ਇਹ ਸਾਡੇ ਕੋਲ ਗ੍ਰਾਫ ਬਣ ਗਿਆ। ਠੀਕ ਹੈ ਜੀ, ਇਹਦੇ ਵਿੱਚ ਜਿਹੜਾ ਸਾਡਾ ਫਿਜ਼ੀਬਲ ਰੀਜਨ ਹੈ ਸ਼ੇਡਡ ਕੀਤਾ ਹੋਇਆ, ਉਹਦੇ 2 ਕਾਰਨਰ ਪੁਆਇੰਟਸ ਨੇ ਜਿਹੜੇ ਨੂਨ ਨਹੀਂ ਹੈਗੇ। ਅਸੀਂ ਉਹ ਦੋਨੋਂ ਕਾਰਨਰ ਪੁਆਇੰਟਸ ਦੇ ਕੋਆਰਡੀਨੇਟਸ ਫਾਈਂਡ ਆਊਟ ਕਰਾਂਗੇ। P point comes out to be 20, 40 and Q point comes out to be 50 and 100. Now when we find the values of Z, twice we get 100, so minimum value is 100 and it occurs at 2 points. Maximum value is 400. So we write maximum z is equal to 400 at point 0 to 100 and minimum z is 100 at all the points on the line joining A and P. These 2 points, A and P. Where is A? This is A and this is P. On all the points joining these 2 points, we have value of z equal to 100, which is the minimum value. Done. Now next question number 9. Question number 9 ਵੀ ਕੁਛ ਨਵਾਂ ਨਹੀਂ ਹੈ ਇਹਦੇ ਵਿੱਚ। ਦੇਖੋ ਇਹਦੇ ਵਿੱਚ ਗ੍ਰਾਫ ਇਸ ਟਾਈਪ ਦਾ ਬਣ ਰਿਹਾ। ਇਹਦੇ ਵਿੱਚ ਸਾਡੇ ਕੋਲ ਦੇਖੋ ਇੱਦਾਂ ਦੇ ਕੰਸਟ੍ਰੇਂਟਸ 3 ਨੇ, ਇਸ ਕਰਕੇ ਸਾਡੇ ਕੋਲ 3 ਇਕੁਏਸ਼ਨਸ 3 ਲਾਈਨਸ ਆ ਰਹੀਆਂ ਨੇ, 1 2 3, ਰਾਈਟ। ਤੇ ਫਿਜ਼ੀਬਲ ਰੀਜਨ ਹੈ ਜਿਹੜਾ ਉਹ ਅਨਬਾਊਂਡਡ ਹੈ। ਕਾਰਨਰ ਪੁਆਇੰਟਸ P Q
E. P and Q ਅਸੀਂ find out ਕਰ ਲਏ। ਸਟੈਪ 4 ਦੇ ਵਿੱਚ ਕਾਰਨਰ ਪੁਆਇੰਟਸ ਲਿਖ ਲਏ, Z ਲਿਖ ਲਿਆ। ਮਿਨੀਮਮ ਵੈਲਿਊ ਆਫ Z ਇਜ਼ ਇਕੁਅਲ ਟੂ 1। ਅਸੀਂ ਮੈਕਸੀਮਾਈਜ਼ ਕਰਨਾ, ਮੈਕਸੀਮਮ ਵੈਲਿਊ ਆਫ Z ਇਜ਼ ਇਕੁਅਲ ਟੂ 1 ਐਟ P32। ਨਾਓ ਐਜ਼ ਫਿਜ਼ੀਬਲ ਰੀਜਨ ਇਜ਼ ਅਨਬਾਊਂਡਡ, ਫਿਰ ਅਸੀਂ ਉਹ ਪ੍ਰੋਸੀਜਰ ਹੈ ਜਿਹੜਾ ਦੁਬਾਰਾ ਕਰਨਾ, ਜਿਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਮੈਕਸੀਮਾਈਜ਼ ਵਾਲਾ ਫੰਕਸ਼ਨ ਹੈ ਜਿਹੜਾ ਉਹਨੂੰ ਪਿਕ ਕਰਦੇ ਹਾਂ। -x+2y ਗ੍ਰੇਟਰ ਦੈਨ 1। ਮੈਕਸੀਮਾਈਜ਼ ਜਦੋਂ ਕਰਨਾ ਉਦੋਂ ਗ੍ਰੇਟਰ ਲਿਖਣਾ, ਜਦੋਂ ਮਿਨੀਮਾਈਜ਼ ਕਰਨਾ ਉਦੋਂ ਲੈਸ ਲਿਖਣਾ। ਇਹਦੇ 'ਚ ਫਿਰ ਉੱਦਾਂ ਹੀ ਪੁਆਇੰਟਸ ਲੈ ਲਏ, x0 ਕਰਕੇ ਫਿਰ y0 ਕਰਕੇ ਐਂਡ ਦੈਨ x0 y0 ਪੁੱਟ ਕਰਕੇ ਅਸੀਂ ਉਹ ਟਰੂ ਨੋਟ ਟਰੂ ਚੈੱਕ ਕਰ ਲਿਆ। ਅਤੇ ਇਹਦੇ ਵਿੱਚ ਫਾਈਨਲ ਜੋ ਸਾਡੇ ਕੋਲ ਗ੍ਰਾਫ ਬਣਦਾ ਇਸ ਤਰੀਕੇ ਨਾਲ ਬਣਦਾ। ਇਹ ਫਿਜ਼ੀਬਲ ਰੀਜਨ ਹੈ ਅਤੇ ਜਿਹੜੀ ਉਹ ਇਨਇਕੁਐਲਿਟੀ ਅਸੀਂ ਮੈਕਸੀਮਾਈਜ਼ ਫੰਕਸ਼ਨ ਵਾਲੀ ਲਈ ਸੀ ਉਹਦੀ ਲਾਈਨ ਇਹ ਬਣਦੀ ਹੈ। ਹੁਣ ਇਹਨਾਂ ਦੋਨਾਂ ਦੇ ਵਿੱਚ ਅਸੀਂ ਕਾਮਨ ਪੋਰਸ਼ਨ ਦੇਖਣਾ ਕੋਈ ਹੈ ਕਿ ਨਹੀਂ। ਇਹ ਜਿਹੜੀ ਮੈਕਸੀਮਾਈਜ਼ ਫੰਕਸ਼ਨ ਵਾਲੀ ਲਾਈਨ ਹੈ ਉਹਦਾ ਸੋਲਿਊਸ਼ਨ ਹਾਫ ਪਲੇਨ ਬਣਦੀ ਹੈ ਅਬਵ ਦ ਲਾਈਨ, ਰਾਈਟ। ਹੁਣ ਵੈਰੀ ਕਲੀਅਰਲੀ ਯੂ ਕੈਨ ਸੀ ਦੇਰ ਆਰ ਮੈਨੀ ਪੁਆਇੰਟਸ ਇਨ ਕਾਮਨ ਫਿਜ਼ੀਬਲ ਰੀਜਨ ਅਤੇ ਇਹਦੇ ਹਾਫ ਪਲੇਨ ਦੇ ਵਿੱਚ ਬਹੁਤ ਸਾਰੇ ਪੁਆਇੰਟਸ ਕਾਮਨ ਨੇ, ਸਾਰੇ ਕਾਮਨ ਪੁਆਇੰਟਸ ਨੇ। ਸੋ Z has no maximum value। ਜਦੋਂ ਕਾਮਨ ਪੁਆਇੰਟਸ ਹੁੰਦੇ ਨੇ ਉਦੋਂ ਅਸੀਂ ਕਹਿ ਦਿੰਦੇ ਹਾਂ no, ਜਦੋਂ ਕੋਈ ਕਾਮਨ ਪੁਆਇੰਟਸ ਨਹੀਂ ਹੁੰਦਾ ਉਦੋਂ ਅਸੀਂ ਕਹਿੰਦੇ ਹਾਂ ਕਿ ਯੈਸ ਮਿਨੀਮਮ ਵੈਲਿਊ ਜਾਂ ਮੈਕਸੀਮਮ ਵੈਲਿਊ ਐਗਜ਼ਿਸਟ ਕਰਦੀ ਆ। ਲਾਸਟ ਸਮ ਕੁਐਸਚਨ ਨੰਬਰ 10, maximize Z equal to x plus y subject to x minus y less than -1 minus x plus y less than or equal to 0, non-negative constraints x y greater than or equal to 0। then ਇਸ ਤੋਂ ਨੈਕਸਟ ਮੇਰਾ ਪੇਜ ਸ਼ਾਇਦ ਕਿਤੇ ਮਿਸ ਹੋ ਗਿਆ। no I got it। ਛੋਟਾ ਜਿਹਾ ਸਮ ਹੈ ਇਹ। ਇਕੁਏਸ਼ਨ 1 ਦਾ ਕੰਮ ਹੋ ਗਿਆ, ਇਕੁਏਸ਼ਨ 2 ਲੈ ਲਈ, ਉਹਦੇ ਪੁਆਇੰਟਸ ਆ ਗਏ, ਰਾਈਟ। ਅਤੇ ਉਸ ਤੋਂ ਬਾਅਦ ਅਸੀਂ ਜਦੋਂ ਗ੍ਰਾਫ ਡਰਾ ਕਰਦੇ ਹਾਂ, ਦੇਖੋ ਇਹ ਸਟੈਪ 3 'ਚ ਹੀ ਖਤਮ ਹੋ ਗਿਆ, ਸਟੈਪ 4 ਵੀ ਇਹਦੇ 'ਚ ਆਇਆ ਨਹੀਂ, ਠੀਕ ਹੈ। ਇਹ ਤਾਂ ਸਭ ਤੋਂ ਸੌਖਾ ਸਵਾਲ ਹੋ ਗਿਆ। ਸਟੈਪ 3 ਜਦੋਂ ਅਸੀਂ ਗ੍ਰਾਫ ਇਹਦਾ ਬਣਾਇਆ, ਇਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਫਸਟ ਇਕੁਏਸ਼ਨ ਸੀ ਉਹਦੇ ਲਈ ਆਇਆ ਸੀ ਅਬਵ ਐਂਡ ਔਨ। ਜਿਹੜੀ ਲਾਈਨ ਬਣੀ ਹੈ ਨਾ ਫਸਟ ਇਕੁਏਸ਼ਨ ਦੀ x minus y equal to 1, ਜਿਹਦੇ ਪੁਆਇੰਟਸ ਆਏ ਸੀ ਦਿਸ ਲਾਈਨ। ਇਹ ਜਿਹੜੀ ਲਾਈਨ ਹੈ ਇਹ ਫਸਟ ਇਕੁਏਸ਼ਨ ਦੀ ਲਾਈਨ ਹੈ। ਇਹਦੇ ਵਿੱਚ ਅਬਵ ਐਂਡ ਔਨ ਆਇਆ ਸੀ ਰੀਜਨ, ਅਤੇ ਜਿਹੜੀ ਸੈਕਿੰਡ ਲਾਈਨ ਹੈ ਉਹਦੇ ਵਿੱਚ ਬਿਲੋ ਆਇਆ, ਬਿਲੋ ਐਂਡ ਔਨ। ਹੁਣ ਤੁਸੀਂ ਦੇਖੋ ਕਾਮਨ ਪੁਆਇੰਟ ਤਾਂ ਕੋਈ ਵੀ ਨਹੀਂ, ਇਹ ਦੋਨੋਂ ਪੈਰਲਲ ਲਾਈਨਸ ਹੋ ਗਈਆਂ, ਟੋਟਲੀ ਪੈਰਲਲ ਲਾਈਨਸ ਨੇ। ਇਹਨਾਂ ਦੇ ਵਿੱਚ ਡਿਸਟੈਂਸ ਹਮੇਸ਼ਾ ਬਰਾਬਰ ਰਹਿਣਾ, ਇਹਨਾਂ ਨੇ ਕਿਤੇ ਜਾ ਕੇ ਮਿਲਣਾ ਨਹੀਂ ਹੈ, ਇਸ ਕਰਕੇ ਇਹਨਾਂ 'ਚ ਕੋਈ ਕਾਮਨ ਪੁਆਇੰਟ ਨਹੀਂ ਹੈ। ਦੇਰ ਇਜ਼ ਨੋ ਫਿਜ਼ੀਬਲ ਰੀਜਨ and Z has no maximum value। Thank you।